ਇਨਸਾਫ ਕਦੋਂ ਮਿਲਣਾ। ਆਸ ਨਹੀਂ ਸੀ। ਆਸ ਤਾਂ ਨਹੀਂ ਸੀ ਵੀ ਇੱਕ ਤੇ ਗਵਾਹ ਸਾਡੇ ਬਹੁਤ ਮਤਲਬ ਵਿੱਚੋਂ ਗਾਇਬ ਹੀ ਹੋ ਗਏ। ਉਹ ਇਹ ਕਹਿ ਦਿੰਦੇ ਆ ਵੀ ਤੁਹਾਡੇ ਬੱਚੇ ਦਾ ਮੁਕਾਬਲਾ ਬਣ ਗਿਆ, ਉਹ ਰਾਤ ਦਾ ਉਹਦਾ ਮਤਲਬ ਹੋ ਗਿਆ ਮੁਕਾਬਲਾ, ਤੇ ਉਹਦੀ ਜਿਹੜੀ ਹੈਗੀ ਆ ਅਸਥੀਆਂ ਨੇ ਉਹ ਦੁਰਗਾਣਾ ਮੰਦਿਰ ਅੰਮ੍ਰਿਤਸਰ ਤੋਂ ਪ੍ਰਾਪਤ ਹੋ ਜਾਣਗੀਆਂ। ਲਾਪਤਾ ਪੰਜਾਬ ਇੱਕ ਸੰਸਥਾ ਬਣੀ, ਉਹ ਵਕੀਲਾਂ ਦੀ ਆਪਸ ਵਿੱਚ ਇੱਕ ਉਹਨਾਂ ਦਾ ਕਮੇਟੀ ਸੀ, ਉਹਨਾਂ ਨੇ ਫਿਰ ਸਾਡੀ ਕਾਫੀ ਸਹਾਇਤਾ ਕੀਤੀ। ਸੀਬੀਆਈ ਦੀ ਜਾਂਚ ਨੇ ਕੁਛ ਪੱਖ ਤੇ ਕੀਤਾ, ਕਿਉਂਕਿ ਜਿੰਨੇ ਵੀ ਕੇਸ ਆ ਇਹ ਸਾਰੇ ਤਕਰੀਬਨ ਜਿਹੜੇ ਆ ਡੀਐਸਪੀ ਤੋਂ ਥੱਲੇ ਵਾਲੇ ਬੰਦੇ ਹੀ ਡੰਗੇ ਇਹਨਾਂ ਨੇ। ਉਤਲਾ ਕੋਈ ਨਹੀਂ ਇਹਨਾਂ ਨੇ ਵਿੱਚ ਲਿਆਂਦਾ। ਬੱਸਾਂ ਸੋਹਣੇ ਬਹੁਤ ਜ਼ੋਰ, ਬੱਸਾਂ ਸੋਹਣੇ ਮਰਨ ਦੇ ਬਾਹਰ ਜ਼ੋਰ ਘਟ ਗਏ, ਤੇ ਇਹ ਗਵਾਹ ਕਰਨ ਦੇ ਜਿਹੜਾ ਹੈਗਾ ਵਾ ਕੇਸ ਗਵਾਹ ਕਰਕੇ ਲਿਆਏ, ਉਹ ਅਮਰੀਕ ਲੈ ਕੇ ਗਿਆ ਸੀ, ਤੇ ਅਮਰੀਕ ਨੂੰ ਸਜ਼ਾ 10 ਸਾਲ ਦੀ ਹੋਈ। ਉਹਨਾਂ ਦੇ ਜਰੀਏ ਮਿੱਠੇ ਪਿਆਰੇ ਹੋ ਕੇ ਪੈਸੇ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀ। ਇਹਨਾਂ ਨੇ ਗਵਾਹੀ ਠੋਕ ਕੇ ਦਿੱਤੀ, ਜੋ ਇਹਨਾਂ ਹੈਗਾ ਸੱਚ ਦੱਸਿਆ। ਦੇਖੋ ਜੀ, ਭਾਈ ਹੁੰਦਾ ਤੇ ਬਹੁਤ ਜ਼ਿਆਦਾ ਤਰੱਕੀ ਸੀ, ਸਾਨੂੰ ਕਾਫੀ ਢਾਲ ਲੱਗੀ ਇਹਦੇ ਵਿੱਚ ਵੀ ਉਦੋਂ ਬਾਹਰ ਅੰਦਰ ਦਾ ਉਹਦਾ ਕਰਦੇ ਫਿਰਦੇ ਸੀ, ਅਸੀਂ ਵਿਦੇਸ਼ ਘਲਾਉਣ ਨੂੰ ਫਿਰਦੇ ਸੀ, ਤੇ ਹੋ ਸਕਦਾ ਉਹ ਵਿਦੇਸ਼ ਪੱਕਾ ਹੁੰਦਾ, ਅੱਜ ਅਸੀਂ ਵੀ ਵਿਦੇਸ਼ 'ਚ ਬੈਠੇ ਹੁੰਦੇ। ਤੇ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ, 2 ਵਾਰੀ ਭਰਤੀ ਹੋਇਆ। ਇੱਕ ਵਾਰ PAP ਚੌਂਕ ਵਿੱਚ ਹੋਇਆ, ਉੱਥੇ ਮੈਂ ਇੰਟੈਲੀਜੈਂਸ ਮਹਿਕਮੇ 'ਚ ਹੋਇਆ ਸੀ। ਉਦੋਂ ਵੀ ਇਹਨਾਂ ਮੈਨੂੰ ਇਹ ਕਹਿ ਕੇ ਕੱਢਿਆ ਗਿਆ ਵਾ ਵੀ ਨਹੀਂ ਜੀ, ਇਹ ਤਾਂ ਅੱਤਵਾਦੀ ਪਰਿਵਾਰ ਨਾਲ ਸੰਬੰਧਿਤ, ਤੇ ਹੁਣ ਤੇ ਉਹ ਸਾਬਤ ਹੋ ਚੁੱਕਾ ਵੀ ਉਹ ਅੱਤਵਾਦੀ ਨਹੀਂ ਸੀ। ਤੇ ਹੁਣ ਮੇਰੀ ਤਾਂ ਜ਼ਿੰਦਗੀ ਦਾ ਕੰਮ ਖਰਾਬ ਹੋ ਗਿਆ ਉਹਦੇ। ਮੈਂ ਇਸ ਵੇਲੇ ਇਹੀ ਪਾਠ ਕਰਦਾ ਆਪਣਾ, ਮਤਲਬ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਚਲਾਉਣ ਦੇ। ਮਾਨਯੋਗ ਜੱਜ ਸਾਹਿਬ ਵੀ ਕਹਿੰਦੇ ਤੁਹਾਨੂੰ ਕੋਈ ਡਰਾਉਂਦਾ, ਸਾਨੂੰ ਦੱਸੋ। ਇਹ ਜਦੋਂ ਪੁਲਿਸ ਲੈ ਜਾਂਦੀ ਆ ਉਹਨਾਂ ਨੂੰ, ਤੇ ਉਹ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ। ਇੱਕ ਰਾਤ ਦੀ ਖੇਡ ਹੈ। ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਬ ਸਿੰਘ ਸਿੱਧੂ ਇਸ ਵਕਤ ਪਿੰਡ ਫੇਰੂਮਾਨ ਤੋਂ ਤੁਹਾਡੇ ਨਾਲ ਸ਼ਾਮਲ ਹਾਂ। ਫੇਰੂਮਾਨ ਇੱਕ ਮਸ਼ਹੂਰ ਪਿੰਡ ਹੈ, ਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਖਾਸ ਗੱਲ ਕਰਕੇ ਚਰਚਾ ਦੇ ਵਿੱਚ ਹੈ। 1992 ਦੇ ਵਿੱਚ ਭੂਸਰੇ ਪੁਲਿਸ ਵਾਲਿਆਂ ਨੇ ਇਸ ਪਿੰਡੋਂ ਗੁਰਵਿੰਦਰ ਸਿੰਘ ਨਾਂ ਦੇ ਇੱਕ ਨੌਜਵਾਨ ਨੂੰ ਚੱਕ ਕੇ ਮਾਰਤਾ। ਪੁਲਿਸ ਮੁਕਾਬਲਾ ਬਣਾ ਲਿਆ, ਫੀਤੀਆਂ ਲੱਗ ਗਈਆਂ ਹੋਣਗੀਆਂ ਜਾਂ ਕੋਈ ਹੋਰ ਰੁਤਬਾ ਮਿਲ ਗਿਆ ਹੋ। ਅਕਸਰ ਸਾਡੇ ਧੀਆਂ ਪੁੱਤਾਂ ਦੇ ਮੁਕਾਬਲੇ ਇਸੇ ਤਰੀਕੇ ਪੁਲਿਸ ਨੇ 1992 ਤੋਂ ਬਾਅਦ ਜਾਂ 90 ਦੇ ਦੌਰ ਦੇ ਵਿੱਚ ਬਣਾਏ, ਤੇ ਕਿਸੇ ਨੇ ਤਰੱਕੀਆਂ ਲਈਆਂ, ਕਿਸੇ ਨੇ ਪੈਸੇ ਕਮਾਏ। ਪਰ ਇਸ ਪਰਿਵਾਰ ਨੇ, ਗੁਰਵਿੰਦਰ ਸਿੰਘ ਦੇ ਪਰਿਵਾਰ ਨੇ, ਉਹਨਾਂ ਦੇ ਬਾਪ ਚੰਨਣ ਸਿੰਘ ਤੇ ਕੁਝ ਹੋਰ ਲੋਕਾਂ ਨੇ ਮਿਲ ਕੇ, ਖਾਸ ਕਰਕੇ ਪਿੰਡ ਦੀ ਪੰਚਾਇਤ ਨੇ ਇਸ ਕੇਸ ਦੀ ਪੈਰਵੀ ਕੀਤੀ। ਫਿਰ ਸਰਦਾਰ ਖਾਲੜਾ ਤੇ ਕੁਝ ਹੋਰ ਕਮੇਟੀਆਂ, ਜਿਨ੍ਹਾਂ ਦੇ ਵਿੱਚ ਲਾਪਤਾ ਪੰਜਾਬ ਵਾਲੇ ਵੀ ਆ ਜਾਂਦੇ ਆ, ਉਹਨਾਂ ਨੇ ਮਿਲ ਕੇ ਇਸ ਕੇਸ ਨੂੰ ਮੁਕਾਮ ਤੱਕ ਪਹੁੰਚਾਇਆ। ਤੇ ਹੁਣ ਨਤੀਜਾ ਇਹ ਹੋਇਆ ਕਿ SI ਜਿਹੜਾ ਉਸ ਵਕਤ ਇਸ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਇਆ ਸੀ, ਉਸ ਨੂੰ ਸਜ਼ਾ ਹੋਈ ਹੈ 10 ਸਾਲ ਦੀ। ਇਸ ਕੇਸ ਦੇ ਨਾਲ ਜੁੜੇ ਕੁਝ ਕੁ ਲੋਕਾਂ ਦੀ ਮੌਤ ਹੋ ਚੁੱਕੀ ਹੈ, ਤੇ ਉਦੋਂ ਬਿਆਸ ਦਾ ਜਿਹੜਾ SHO ਹੁੰਦਾ ਸੀ ਵਸਣ ਸਿੰਘ, ਉਹ ਹੁਣ ਚੱਲ ਵਸਿਆ। ਤੇ ਅਸੀਂ ਪਹੁੰਚੇ ਹੋਏ ਹਾਂ ਅੱਜ ਉਹਨਾਂ ਦੇ ਪਿੰਡ ਦੇ ਵਿੱਚ। ਗੁਰਵਿੰਦਰ ਸਿੰਘ ਹੋਰਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ। ਜਿਹੜਾ ਇਨਸਾਫ ਮਿਲਿਆ, ਇੰਨੀ ਦੇਰੀ ਨਾਲ ਮਿਲਿਆ, ਉਹ ਕੀ ਸੋਚਦੇ ਆ ਇਸ ਇਨਸਾਫ ਤੋਂ? ਕਿਉਂਕਿ ਕਿਹਾ ਜਾਂਦਾ ਹੈ ਕਿ ਇਸ ਅਦਾਲਤ 'ਚ ਬੰਦੇ ਵਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ, ਇਹ ਕਦ ਤੱਕ ਇੱਥੇ ਖੜੇ ਰਹਿਣਗੇ? ਕੁਝ ਕਿਹਾ ਤੇ ਹਨੇਰਾ ਜ਼ਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਪਰ ਚੁੱਪ ਰਹਿ ਕੇ ਨਹੀਂ ਸਰਨਾ, ਇੱਥੇ ਬੋਲਣਾ ਪੈਣਾ, ਤੇ ਜਿਹੜੇ ਬੋਲੇ ਨੇ ਉਹ ਕੁਛ ਨਾ ਕੁਛ ਲੈ ਡਿੱਗਦੇ ਨੇ। ਤੇ ਬੇਸ਼ੱਕ ਇਨਸਾਫ ਦੀ ਗੱਲ ਹੋਵੇ ਜਾਂ ਕੋਈ ਹੋਰ। ਸਾਡੇ ਨਾਲ ਸ਼ਾਮਲ ਨੇ ਸਰਦਾਰ ਪਰਮਿੰਦਰ ਸਿੰਘ। ਇਹਨਾਂ ਦੇ ਭਾਈ ਗੁਰਵਿੰਦਰ ਹੋਰਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਪੁਲਿਸ ਨੇ 1992 'ਚ ਖਤਮ ਕਰਤਾ ਸੀ, ਤੇ ਉਦੋਂ ਬਾਅਦ ਜਿਹੜੀ ਪੈਰਵਾਈ ਹੋਈ ਇਸ ਪਰਿਵਾਰ ਦੇ ਵੱਲੋਂ, ਬੀਤੇ ਦਿਨੀ ਉਸ ਦੇ ਉੱਤੇ ਡਿਸੀਜਨ ਆਇਆ, ਤੇ ਇੱਕ ਥਾਣੇਦਾਰ 10 ਸਾਲ ਦੇ ਵਾਸਤੇ ਜੇਲ੍ਹ 'ਚ ਗਿਆ, ਸਜ਼ਾ ਹੋਈ ਹੈ। ਕਹਾਣੀ ਕੀ ਰਹੀ ਤੇ ਕਿੱਥੋਂ ਤੱਕ ਇਹ ਗੱਲ ਪਹੁੰਚੀ, ਕਿਵੇਂ ਪਹੁੰਚੀ, ਸਾਰੀ ਜਾਣਦੇ ਹਾਂ ਬਾਈ ਜੀ ਹੋਰਾਂ ਤੋਂ। ਪਰਮਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਗੁਰਵਿੰਦਰ ਹੋਰਾਂ ਤੋਂ ਵੱਡੇ ਹੋ? ਮੈਂ ਛੋਟਾ ਹਾਂ। ਅੱਛਾ, ਕਿੰਨੇ ਭੈਣ ਭਾਈ ਹੋ ਤੁਸੀਂ ਪਰਿਵਾਰ ਦੇ? ਅਸੀਂ 3, 2 ਭਰਾ 1 ਭੈਣ ਹੈ ਜੀ। ਹਾਂਜੀ, ਵੱਡੇ ਸਿਸਟਰ ਹੈ। ਛੋਟੇ ਗੁਰਵਿੰਦਰ ਸਿੰਘ ਸੀ, ਉਹ ਤੋਂ ਛੋਟਾ ਮੈਂ ਜੀ। ਗੁਰਵਿੰਦਰ ਹੋਰੇ ਪੜ੍ਹੇ ਕਿੰਨੇ ਕੁ ਸੀ? ਇਹ +2 ਕੀਤੀ ਸੀ ਉਹਨਾਂ। ਹਾਂਜੀ, +2 ਤੋਂ ਬਾਅਦ ਹੀ ਮੁੜ ਕੇ ਜਲੰਧਰ ਚਲ ਗਏ, ਉੱਥੇ ਆਪਣੇ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ। ਤੇ ਇਹ ਕੀ ਸਬੱਬ ਰਿਹਾ ਕਿ ਉਹਨਾਂ ਨੂੰ ਪੁਲਿਸ ਚੱਕਦੀ ਹੈ? ਕੀ ਉਹ ਖਾੜਕੂ ਗਤੀਵਿਧੀਆਂ 'ਚ ਸ਼ਾਮਲ ਸੀ? ਅਜੇ ਤੱਕ ਕੋਈ ਵੀ ਇਹਨਾਂ ਦੀ ਜਿਹੜਾ ਕਾਗਜ਼ ਆ ਪੁਲਿਸ ਵਾਲਿਆਂ ਦਾ, ਉਹ ਸਾਬਤ ਨਹੀਂ ਕਰ ਪਾਇਆ ਵੀ ਅਸੀਂ ਕਿਸ ਕੇਸ ਦੇ ਵਿੱਚ ਇਹਨੂੰ ਲੈ ਕੇ ਚੱਲੇ ਹਾਂ। 29 ਸਾਲ ਕੇਸ ਚੱਲਿਆ। 29 ਸਾਲ ਦੇ ਵਿੱਚ ਅਜੇ ਤੱਕ ਪੁਲਿਸ ਕੋਈ ਵੀ ਮਤਲਬ ਇਹ ਸਾਬਤ ਨਹੀਂ ਕਰ ਸਕੀ ਵੀ ਕਿਸ ਜੁਰਮ ਦੇ ਵਿੱਚ ਇਹਨੂੰ ਅਸੀਂ ਫੜ ਕੇ ਲੈ ਕੇ ਆਏ ਹਾਂ।
ਉਹ ਰਹਿੰਦੇ ਜਲੰਧਰ ਸੀਗੇ ਤੇ ਗ੍ਰਿਫਤਾਰੀ ਘਰੋਂ ਕਰਨ ਆਏ ਸੀ ਪੁਲਿਸ ਵਾਲੇ। ਹਾਂਜੀ, ਪੁਲਿਸ ਇੱਥੋਂ ਪਿੰਡੋਂ ਲੈ ਕੇ ਗਏ ਆ ਪਿਤਾ ਜੀ ਨੂੰ ਨਾਲ। ਬਿਆਸ ਪੁਲਿਸ ਬਿਆਸ ਥਾਣੇ ਦੀ ਪੁਲਿਸ ਆਈ ਹੈ ਸਰ। ਵਸਣ ਸਿੰਘ ਦੇ ਅਧੀਨ ਇਹ ਥਾਣਾ ਸੀ। ਐਸਐਚਓ ਵਸਣ ਸਿੰਘ। ਹਾਂ, ਐਸਐਚਓ ਵਸਣ ਸਿੰਘ ਤੇ ਅਮਰੀਕ ਸਿੰਘ ਏਐਸਆਈ ਸੀ। ਇਹ ਅਮਰੀਕ ਸਿੰਘ ਹੀ ਸਾਰੀ ਪਾਰਟੀ ਨਾਲ ਲੈ ਕੇ ਆਇਆ ਤੇ ਆਣ ਕੇ ਤੇ ਪਿਤਾ ਜੀ ਨੂੰ ਇੱਥੋਂ ਕਹਿੰਦੇ ਵੀ ਜਲੰਧਰ ਦਾ ਐਡਰੈਸ ਵੀ ਪੁੱਤਰ ਤੇਰਾ ਵੱਡਾ ਕਿੱਥੇ ਆ? ਇਹ ਕਹਿੰਦੇ ਜਲੰਧਰ ਹੈ। ਕਹਿੰਦੇ ਚਲੋ, ਇਹਨਾਂ ਨੂੰ ਨਾਲੇ ਮਾਰਕੁੱਟ ਕਰਦੇ ਗਏ ਆ, ਨਾਲੇ ਜਲੰਧਰ ਫਿਰ ਜਾ ਕੇ ਤੇ ਉਹ ਹੈਗਾ ਹੀ ਸੀ ਉੱਥੇ, ਉੱਥੋਂ ਲੈ ਕੇ ਵਾਪਸ ਆ ਗਏ। ਆ ਕੇ ਫਿਰ ਥਾਣੇ ਦੇ ਵਿੱਚ ਰਾਤ ਇੱਕ ਕਮਰੇ ਦੇ ਵਿੱਚ ਇਹਨਾਂ ਨੂੰ ਰੱਖਿਆ ਤੇ ਉਹਦੇ ਬਾਅਦ ਪੰਚਾਇਤ ਫੇਰੂਮਾਨ ਦੀ ਗਈ ਹੈ ਸਾਰੀ। ਸਰਪੰਚ ਜਸਬੀਰ ਸਿੰਘ ਹੁਣੀ ਉਦੋਂ ਸਰਪੰਚ ਸੀ, ਸਾਰੇ ਗਏ ਆ ਤੇ ਇਹਨਾਂ ਨੇ ਪਿਤਾ ਜੀ ਨੂੰ ਛੱਡ ਦਿੱਤਾ ਤੇ ਉਹਨੂੰ ਇਹ ਕਹਿ ਕੇ ਰੱਖ ਲਿਆ ਵੀ ਇਹ ਸਾਨੂੰ ਕਿਸੇ ਮਤਲਬ ਕੇਸ ਦੇ ਵਿੱਚ ਲੋੜਿੰਦਾ ਵਾ, ਪੁੱਛ-ਗਿੱਛ ਕੇ ਅਸੀਂ ਤੁਹਾਨੂੰ ਸਵੇਰੇ ਛੱਡ ਦਿਆਂਗੇ, ਤੁਸੀਂ ਸਵੇਰੇ ਲੈ ਜਿਓ ਆ ਕੇ ਜੀ। ਜਦੋਂ ਸਵੇਰੇ ਜਾਂਦੇ ਆ ਫਿਰ ਆਪਣੀ ਪੰਚਾਇਤ ਜਾਂਦੀ ਲੈਣ, ਉਹ ਇਹ ਕਹਿ ਦਿੰਦੇ ਆ ਵੀ ਤੁਹਾਡੇ ਬੱਚੇ ਦਾ ਮੁਕਾਬਲਾ ਬਣ ਗਿਆ। ਉਹ ਰਾਤ ਦਾ ਉਹਦਾ ਮਤਲਬ ਹੋ ਗਿਆ ਮੁਕਾਬਲਾ ਤੇ ਉਹਦੀ ਜਿਹੜੀ ਹੈਗੀ ਆ ਅਸਥੀਆਂ ਨੇ ਉਹ ਦੁਰਗਾਣਾ ਮੰਦਿਰ ਅੰਮ੍ਰਿਤਸਰ ਤੋਂ ਬਰਾਮਦ ਹੋ ਜਾਣਗੀਆਂ। ਫਿਰ ਅਸੀਂ ਅੰਮ੍ਰਿਤਸਰ ਤੋਂ ਜਾ ਕੇ ਉਹ ਅਸਥੀਆਂ ਲਿਆਣ ਕੇ ਕਿਰਿਆਕਰਮ ਕਰ ਦਿੱਤਾ। ਉਸ ਤੋਂ ਬਾਅਦ ਚਲੋ ਇਹ ਤਾਂ ਇੱਕ ਗੁਰਵਿੰਦਰ ਦੀ ਕਹਾਣੀ ਨਹੀਂ, ਸਾਡੇ ਹਜ਼ਾਰਾਂ ਹੀ ਮੁੰਡੇ ਇਸ ਤਰੀਕੇ ਨਾਲ ਮਾਰੇ ਗਏ। ਅਸੀਂ ਉਹਨਾਂ ਨੂੰ ਸ਼ਹੀਦ ਮੰਨਦੇ ਹਾਂ ਤੇ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਵਾਸਤੇ ਉਹ ਤਰੱਕੀ ਦਾ ਰਾਹ ਸੀ। ਉਹਨਾਂ ਦੇ ਮੋਢਿਆਂ ਤੇ ਫੀਤੀਆਂ ਲੱਗਦੀਆਂ ਰਹੀਆਂ, ਕੋਠੀਆਂ ਤੇ ਕਾਰਾਂ ਤੇ ਹੋਰ ਕੁਛ ਨਾ ਕੁਛ ਬਣਦਾ ਰਿਹਾ, ਕਿਉਂਕਿ ਜਿਹਨੇ ਤਾਂ ਪੈਸੇ ਦਿੱਤੇ ਉਹ ਛੱਡਤਾ, ਜਾਂ ਕਿਤੇ ਡੀਲ ਨਾ ਬਣੀ, ਜਾਂ ਕੁੜਦਿਆਂ ਤੋਂ ਕੋਈ ਮੁੰਡਾ ਮਰ ਗਿਆ ਉਹਨੂੰ ਫਿਰ ਪੁਲਿਸ ਮੁਕਾਬਲੇ ਦੇ ਵਿੱਚ ਦਿਖਾਤਾ। ਬੜੇ ਕੇਸ ਹੋਏ, ਖਾਲੜਾ ਸਾਹਿਬ ਨੇ ਕਿੰਨੇ ਕੇਸ ਕੱਢੇ ਵੀ। ਕਹਾਣੀ ਉਦੋਂ ਗਾਂਹ ਸ਼ੁਰੂ ਹੁੰਦੀ ਹੈ। ਪੈਰਵਾਈ ਕਰਨ ਵਾਲੇ ਬੜੇ ਥੋੜੇ ਲੋਕ ਹੁੰਦੇ ਆ। ਤੁਸੀਂ ਪੈਰਵਾਈ ਕਰੀ, ਬਾਪੂ ਜੀ ਹੋਰਾਂ ਨੇ ਕੀਤੀ, ਉਹ ਫਿਰ ਕਿਵੇਂ ਰਾਹ ਬਣਦੇ ਗਏ ਕਿ ਇਸ ਪਾਸੇ ਨੂੰ ਪੈਰਵਾਈ ਕਰੀਏ? ਉਹ ਤਾਂ ਰਾਜ ਵੀ ਇਹੋ ਜਿਹਾ ਸੀ, ਕੋਈ ਸੁਣਦਾ ਨਹੀਂ ਸੀ। ਇਹ ਪੈਰਵਾਈ ਦਾ ਵੀ ਅਸਲੀ ਸਿਲਸਿਲਾ ਜਿਹੜਾ ਇਹ ਭਾਈ ਖਾਲੜਾ ਸਾਹਿਬ ਹੋਣਾ ਦੇ ਜਿਹੜੇ ਉਹ ਰਿਪੋਰਟ ਉੱਥੋਂ ਹੀ ਹੋਇਆ ਸੀ। ਅੱਛਾ। ਬੀਬੀ ਖਾਲੜਾ ਸਾਹਿਬ ਹੋਣਾ ਜਿਹੜੇ ਕੇਸ ਕੱਢੇ ਸੀ, ਕੁਛ 100 ਕਿੰਨੇ ਕੇਸ ਸੀ, ਉਹਨਾਂ ਵਿੱਚ ਸਾਡਾ ਵੀ ਕੇਸ ਹੈਗਾ ਸੀ। ਸ਼ੁਰੂਆਤ ਉਹਨਾਂ ਹੀ ਕੀਤੀ ਹੈ, ਰੰਭਤਾ ਉਹਨਾਂ ਹੀ ਕੀਤੀ ਹੈ। ਉਹਨਾਂ ਤੋਂ ਰੰਭਤਾ ਹੋਣ ਤੋਂ ਬਾਅਦ ਮੁੜ ਕੇ ਕੋਈ ਸਟੇ ਹੋ ਗਿਆ। ਸਟੇ ਹੋਣ ਤੋਂ ਬਾਅਦ ਫਿਰ ਲਾਪਤਾ ਪੰਜਾਬ ਇੱਕ ਸੰਸਥਾ ਬਣੀ। ਉਹ ਵਕੀਲਾਂ ਦੀ ਆਪਸ ਵਿੱਚ ਇੱਕ ਉਹਨਾਂ ਦਾ ਕਮੇਟੀ ਸੀ, ਉਹਨਾਂ ਨੇ ਫਿਰ ਸਾਡੀ ਕਾਫੀ ਸਹਾਇਤਾ ਕੀਤੀ ਜੀ। ਹਾਂਜੀ, ਫਿਰ ਅਸੀਂ ਤਰੀਕਾਂ ਤੇ ਉੱਦਾਂ ਜਾਂਦੇ ਰਹੇ। ਤਰੀਕਾਂ ਅਸੀਂ ਭਾਵੇਂ ਉਹ ਮੇਰੇ ਖਿਆਲ ਨਾਲ 17 'ਚ ਸਾਨੂੰ ਮੇਲ ਹੋਇਆ ਉਹਨਾਂ ਦਾ, ਆਪਣੇ ਇਹਨਾਂ ਦਾ ਜਿਹੜੇ ਹੈਗੇ ਸੀ ਲਾਪਤਾ ਪੰਜਾਬ ਵਾਲੇ। ਪਰ ਉਹ ਤੋਂ ਪਹਿਲਾਂ ਅਸੀਂ ਆਪਣੇ ਆਪ ਜਿੰਨਾ ਕੁ ਜਾ ਸਕਦੇ ਸੀ ਪਟਿਆਲੇ ਅਸੀਂ ਤੁਸੀਂ 92 ਤੋਂ ਹੀ ਸ਼ੁਰੂ ਕੀਤਾ ਹੋਇਆ ਸੀ? ਹਾਂਜੀ, ਜਦੋਂ ਕੇਸ ਆਰੰਭ ਹੋ ਚੁੱਕਾ ਸੀ, ਸੀਬੀਆਈ ਜਦੋਂ ਮਤਲਬ ਕੇਸ ਆਰੰਭ ਕਰ ਦਿੱਤਾ ਸੀ, ਉਹਦੇ ਬਾਅਦ ਅਸੀਂ ਫਿਰ ਤਰੀਕਾਂ ਤੇ ਜਾਂਦੇ ਹੀ ਰਹੇ। ਤਰੀਕ ਮਿਸ ਨਹੀਂ ਕੋਈ ਕੀਤੀ। ਦਬਾਅ ਕਿੰਨਾ ਕੁ ਸੀ ਪੁਲਿਸ? ਦੇਖੋ ਆਪਾਂ ਨੂੰ ਪਤਾ ਹੈ ਕਿ ਜਦੋਂ ਉਹਨਾਂ ਨੂੰ ਪਤਾ ਉਹ ਫਸਦੇ ਆ, ਉਦੋਂ ਉਹ ਮਿੰਨਤਾਂ ਵੀ ਕਰਦੇ ਹੁੰਦੇ ਆ, ਡਰਾਉਂਦੇ ਵੀ ਹੁੰਦੇ ਆ। ਤੇ ਇੱਥੇ ਕਿਹੋ ਜਿਹਾ ਸਿਲਸਿਲਾ ਸੀਗਾ? ਇੱਥੇ ਮੇਰੇ ਯਾਰ ਦੋਸਤ ਭੈਣ ਭਰਾ ਸਾਡੇ, ਚਲੋ ਸਾਰੇ ਭੈਣ ਭਰਾ ਇੱਜ਼ਤ ਕਰਦੇ ਆ ਤੇ ਪੁਲਿਸ ਵਿੱਚ ਵੀ ਹੈਗੇ ਸੀ। ਉਹਨਾਂ ਦੇ ਜ਼ਰੀਏ ਮਿੱਠੇ ਪਿਆਰੇ ਹੋ ਕੇ ਪੈਸੇ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀ ਕਿ ਗਵਾਹੀ ਰਹਿਣ ਦਿਓ, ਤੇ ਇਹ ਸਿਲਸਿਲਾ ਕੀਤਾ ਗਿਆ। ਪਰਮਿੰਦਰ ਸਿੰਘ ਜੀ, ਸਬੂਤ ਇਹੋ ਜਿਹੇ ਕਿਹੜੇ ਸੀ ਤੁਹਾਡੇ ਕੋਲੇ ਜਿਨ੍ਹਾਂ ਦਾ ਕਰਕੇ ਸਜ਼ਾ ਹੋ ਗਈ? ਨਹੀਂ ਤਾਂ ਬੜੇ ਲੋਕ ਆ ਉਹ ਕਹਿੰਦੇ ਆ ਨਾ ਇਸ ਅਦਾਲਤ 'ਚ ਬੰਦੇ ਵਿਰਖ ਹੋ ਗਏ। ਵੈਸੇ ਤਾਂ ਤੁਹਾਡੇ ਵੀ ਵਿਰਖ ਬਣਨ ਵਾਲੀ ਗੱਲ ਸੀ, ਲੰਬਾ ਟਾਈਮ ਚੱਲਿਆ 1992 ਦਾ ਮਾਮਲਾ। ਅੱਜ ਜੇ ਉਹ ਤੇ ਡਿਸੀਜਨ ਆਉਂਦਾ। ਸਾਡੇ ਗਵਾਹ ਵੀ ਬਹੁਤ ਜ਼ਿਆਦਾ, ਜਿਹੜੇ ਵਿੱਚੋਂ ਤਕਰੀਬਨ ਡੈਥ ਹੋ ਚੁੱਕੀ ਸੀ। ਅੱਛਾ। ਸਾਡੇ ਮੈਂਬਰ ਵੀ ਕੁਛ ਉਹ ਵੀ ਕਮਜ਼ੋਰ ਹੋ ਗਏ। ਸਾਡੇ ਸਰਪੰਚ ਸਾਹਿਬ ਜਸਬੀਰ ਸਿੰਘ ਜੀ ਸਤਿਕਾਰਯੋਗ, ਉਹ ਵੀ ਡੈਥ ਹੋ ਚੁੱਕੀ। ਮਤਲਬ ਮੇਨ ਤਕਰੀਬਨ ਬਹੁਤ ਡੈਥ ਹੋ ਚੁੱਕੀ ਸੀ। ਫਿਰ ਵੀ ਅਸੀਂ ਜਿੰਨੇ ਕੁ ਹੈਗੇ ਸੀ, ਜਿੱਦਾਂ ਬਾਬੂ ਚਰਨ ਸਿੰਘ ਜੀ ਸੀ, ਉਹ ਸਾਡੇ ਮਾਨਯੋਗ ਹੈਗੇ ਨੇ, ਚਾਚਾ ਜੀ ਆ ਉਤਮ ਚੰਦ ਜੀ, ਫਿਰ ਇਹਨਾਂ ਨੇ ਗਵਾਹੀ ਠੋਕ ਕੇ ਦਿੱਤੀ, ਜੋ ਇਹਨਾਂ ਹੈਗਾ ਸੱਚ ਦੱਸਿਆ। ਪਿਤਾ ਜੀ ਵੀ ਗਏ, ਮੈਂ ਵੀ ਗਿਆ, ਸਾਰੇ ਜੋ ਹੋਇਆ ਅਸੀਂ ਦੱਸਿਆ। ਫਿਰ ਕਦੇ ਐਂ ਜੇ ਲੱਗਦਾ ਸੀ, ਕਿਉਂਕਿ ਅਸੀਂ ਭਾਰਤੀ ਅਦਾਲਤਾਂ ਦੇ ਉੱਤੇ ਸਵਾਲ ਜੇ ਖੜੇ ਕਰ ਦਿੰਦੇ ਹਾਂ, ਜੇ ਤਾਂ ਸਾਡੇ ਹੱਕ 'ਚ ਫੈਸਲਾ ਹੋ ਜਾਏ ਫਿਰ ਤਾਂ ਅਸੀਂ ਠੀਕ ਹੋ ਜਾਂਦੇ ਹਾਂ, ਨਹੀਂ ਤਾਂ ਕਹਿੰਦਾ ਜੀ ਇੱਥੇ ਲਟਕਦਾ ਰਹਿੰਦਾ, ਇੱਥੇ ਕਾਨੂੰਨ ਦੇ ਵਿੱਚੋਂ ਕੁਝ ਮਿਲਦਾ ਨਹੀਂ। ਆਸ ਵੱਜੀ ਹੋਈ ਸੀਗੀ ਮਨ ਦੇ ਵਿੱਚ ਕਿ ਸ਼ਾਇਦ ਕੁਝ ਹੋਵੇ? ਆਸ ਨਹੀਂ ਸੀ। ਆਸ ਤਾਂ ਨਹੀਂ ਸੀ ਵੀ ਇੱਕ ਤੇ ਗਵਾਹ ਸਾਡੇ ਬਹੁਤ ਮਤਲਬ ਵਿੱਚੋਂ ਗਾਇਬ ਹੀ ਹੋ ਗਏ, ਤੇ ਕੁਛ ਇੰਨੇ ਬਜ਼ੁਰਗ ਹੋ ਗਏ ਉਹਨਾਂ ਨੂੰ ਅੱਧੀ ਗੱਲ ਚੇਤੇ ਹੀ ਨਹੀਂ ਸੀ। ਜਿੱਦਾਂ ਸਾਡੇ ਪਿਤਾ ਜੀ ਆ, ਇਹਨਾਂ ਨੂੰ ਅੱਜ ਵੀ ਸਹੀ ਗੱਲ ਨਹੀਂ ਚੇਤੇ। ਉਹ ਦਿਨ ਨੂੰ ਰਾਤ ਨੂੰ ਦਿਨ ਕਹਿ ਦਿੰਦੇ ਆ। ਸਹੀ, ਇਹਨਾਂ ਨੂੰ ਸਹੀ ਨਹੀਂ ਆ। ਸਾਨੂੰ ਆਸ ਨਹੀਂ ਸੀ ਵੀ ਇਹ ਗੱਲ ਬਣ ਸਕਦੀ ਆ, ਪਰ ਚਲੋ ਮਾਣਯੋਗ ਅਦਾਲਤ ਨੇ ਬੜਾ ਵਧੀਆ ਫੈਸਲਾ ਦਿੱਤਾ। ਠੀਕ ਆ। ਸੀਬੀਆਈ ਦੀ ਜਾਂਚ ਨੂੰ ਕਿਵੇਂ ਦੇਖਦੇ ਹੋ? ਸੀਬੀਆਈ ਦੀ ਜਾਂਚ ਨੇ ਕੁਛ ਪੱਖ ਤੇ ਕੀਤਾ, ਕਿਉਂਕਿ ਜਿੰਨੇ ਵੀ ਕੇਸ ਆ ਇਹ ਸਾਰੇ ਤਕਰੀਬਨ ਜਿਹੜੇ ਆ ਡੀਐਸਪੀ ਤੋਂ ਥੱਲੇ ਵਾਲੇ ਬੰਦੇ ਹੀ ਡੰਗੇ ਇਹਨਾਂ ਨੇ। ਉਤਲਾ ਕੋਈ ਨਹੀਂ ਇਹਨਾਂ ਨੇ ਵਿੱਚ ਲਿਆਂਦਾ। ਇੱਕੋ ਹੀ ਸਿਰਫ ਇੱਕ ਐਸਪੀ ਸੀ, ਮੇਰੇ ਖਿਆਲ ਨਾਲ, ਮੈਨੂੰ ਨਾਂ ਭੁੱਲ ਗਿਆ, ਮਿਸ਼ਰਾ ਕੇ ਸ਼ਾਇਦ ਇੱਦਾਂ ਕੁਛ ਨਾਂ ਸੀ, ਗੁਰਦਾਸਪੁਰ ਵਾਲ ਦਾ ਕਿ ਪਠਾਨਕੋਟ ਦਾ ਸੀ। ਉਹੀ ਇੱਕ ਅਫਸਰ ਵਿੱਚ ਆਇਆ, ਬਾਕੀ ਇੱਕ ਅਫਸਰ ਨੂੰ ਨਹੀਂ ਵਿੱਚ ਲਿਆ ਗਿਆ।
ਸਾਰੇ ਡੀਐਸਪੀ ਤੋਂ ਥੱਲੇ ਥੱਲੇ ਹੀ ਆ, ਥਾਣੇਦਾਰ, ਏਐਸਆਈ, ਬਸ ਇਹੀ ਆ ਸਾਰੇ। ਪਰਮਿੰਦਰ ਸਿੰਘ ਜੀ, ਇੱਕ ਚੀਜ਼ ਹੋਰ ਕਿ ਇਸ ਮਾਮਲੇ ਦੇ ਵਿੱਚ ਹੁਣ ਥਾਣੇਦਾਰ ਅਮਰੀਕ ਸਿੰਘ ਹੈ ਜਿਹੜਾ ਉਦੋਂ ਸਬ ਇੰਸਪੈਕਟਰ ਸੀ, ਬਾਅਦ ਚ ਸੇਵਾ ਮੁਕਤ ਵੀ ਹੋ ਗਿਆ ਸੀ, ਉਹ ਫਸਿਆ। ਹਾਂਜੀ। ਵਸਨ ਸਿੰਘ ਐਸਐਚਓ ਜਾਂ ਹੋਰ ਹੈ ਜਿਹੜੇ ਉਹ ਵੀ ਅਕਿਊਜ਼ਡ ਬਣਾਏ ਗਏ ਸੀ। ਹਾਂਜੀ, ਵਸਣ ਸਿੰਘ ਦੀ ਪਹਿਲਾਂ ਡੈਥ ਹੋ ਚੁੱਕੀ ਸੀ। ਓਕੇ। ਹਾਂਜੀ, ਉਹ ਪਹਿਲਾਂ ਡੈਥ ਹੋ ਚੁੱਕੀ ਸੀ ਤੇ ਇਹ ਹੀ ਗੱਲੇ ਵੱਜਦੇ ਸੀ ਤੇ ਬਾਕੀ ਜਿਹੜੀ 17 ਪਾਰਟੀ ਦੇ ਹੋਰ ਬੰਦੇ ਨੇ ਉਹਨਾਂ ਨੂੰ ਕਾਲਮ ਨੰਬਰ 2 ਵਿੱਚ ਰੱਖ ਕੇ ਤੇ ਬਚਾ ਲਿਆ ਗਿਆ ਸਾਰਿਆਂ ਨੂੰ। ਇਹਨਾਂ ਕੱਲਿਆਂ ਤੇ ਸਾਰੀ ਭਾਰ ਪਾ ਦਿੱਤਾ ਗਿਆ। ਹੁਣ ਫਿਰ ਬਸਨ ਸਿੰਘ ਦੇ ਪਰਿਵਾਰ ਨੇ ਜਾਂ ਹੋਰ ਕਿਸੇ ਵਿਅਕਤੀ ਨੇ, ਸੌਰੀ ਅਮਰੀਕ ਸਿੰਘ ਦੇ ਪਰਿਵਾਰ ਨੇ ਜਾਂ ਕਿਸੇ ਹੋਰ ਨੇ ਤੁਹਾਡੇ ਨਾਲ ਕੋਈ ਸਮਝੌਤਾ ਕਰਨ ਦਾ ਰਾਹ ਲੱਭਿਆ ਹੋਵੇ ਜਾਂ ਕੁਝ ਹੋਰ ਅਖੀਰ ਤੇ ਜਾ ਕੇ? ਨਹੀਂ, ਉਹਨਾਂ ਦਾ ਪਰਿਵਾਰ ਵੱਲੋਂ ਤੇ ਕੋਈ ਨਹੀਂ ਆ ਤੇ ਪੁਲਿਸ ਵੱਲੋਂ ਤੁਹਾਨੂੰ ਦੱਸ ਵੀ ਮਾੜਾ ਮੋਟਾ ਵੀ ਯਾਰ ਬੇਲੀਆਂ ਦੇ ਜ਼ਰੀਏ ਮਾੜਾ ਮੋਟਾ ਹੁੰਦਾ ਸੀ ਵੀ ਜੇ ਤੁਸੀਂ ਕਹੋ ਤੇ ਵੀ ਕਰ ਲਈਏ। ਜ਼ਿਆਦਾਤਰ ਜਦੋਂ ਵਸਣ ਸੋਹ ਜਿਉਂਦਾ ਸੀ ਉਹਨੇ ਬਹੁਤ ਜ਼ੋਰ ਲਾਇਆ, ਵਸਣ ਸੋਹ ਨੇ ਬਹੁਤ ਜ਼ੋਰ, ਵਸਣ ਸੋਹ ਦੇ ਮਰਨ ਦੇ ਬਾਅਦ ਜ਼ੋਰ ਘਟ ਗਿਆ ਕਿਉਂਕਿ ਅਮਰੀਕ ਸਿੰਘ ਨੂੰ ਵੀ ਸ਼ਾਇਦ ਇਹ ਹੋਣਾ ਵੀ ਮੈਨੂੰ ਤੇ ਕੋਈ ਗੱਲ ਹੀ ਨਹੀਂ ਹੋਣੀ ਵੀ ਮੈਂ ਤੇ ਹਨਾ ਵੀ ਮੇਨ ਵਸਣ ਤੇ ਚਲਾ ਗਿਆ। ਪਰ ਇਹਨਾਂ ਨੂੰ ਅਗਵਾ ਦੇ ਕਰਨ ਦੇ ਕਿ ਆਪਣਾ ਉਹ ਕਾਨੂੰਨ ਦੇ ਵਿੱਚ ਇਹਨਾਂ ਨੂੰ ਸਜ਼ਾ ਹੋਈ ਆ। ਜਿਹੜਾ ਅਸਲੀ ਜਿਹੜਾ ਮਾਰਿਆ ਗਿਆ ਉਹ ਤੇ ਵਸਣ ਸੋਹ ਜ਼ਿੰਮੇਵਾਰ ਸੀ ਤੇ ਨਾਲ ਉਹਦੀ ਪਾਰਟੀ ਜ਼ਿੰਮੇਵਾਰ ਸੀ। ਪਾਰਟੀ ਵੀ ਇਹਨਾਂ ਨੇ ਸਾਈਡ ਤੇ ਰੱਖ ਲਈ ਤੇ ਵਸਣ ਸੋਹ ਮਤਲਬ ਚਲਾ ਗਿਆ। ਤੇ ਇਹ ਗਵਾਹ ਕਰਨ ਦੇ ਜਿਹੜਾ ਹੈਗਾ ਵਾ ਕੇਸ ਅਗਵਾਹ ਕਰਕੇ ਲਿਆਏ ਉਹ ਅਮਰੀਕ ਸੋਹ ਲੈ ਕੇ ਗਿਆ ਸੀ ਤੇ ਅਮਰੀਕ ਸੋਹ ਨੂੰ ਸਜ਼ਾ 10 ਸਾਲ ਦੀ ਹੋਈ। ਕੋਈ ਗੱਲਾਂ ਇਹ ਵੀ ਕਲੀਅਰ ਹੋਈਆਂ ਕਿ ਕੁੱਟਮਾਰ ਦੇ ਵਿੱਚ ਹੀ ਉਹਦੀ ਮੌਤ ਹੋ ਗਈ ਹੋਵੇ ਜਾਂ ਫਿਰ ਮੁਕਾਬਲਾ ਹੀ ਬਣਾਇਆ ਗਿਆ ਬਾਅਦ 'ਚ? ਇਹਦਾ ਕਲੀਅਰ ਨਹੀਂ ਅਜੇ ਤੱਕ ਦੱਸ ਸਕਿਆ ਕੋਈ, ਦੱਸ ਨਹੀਂ ਸਕਿਆ ਅਜੇ ਤੱਕ ਕੋਈ। ਤੁਹਾਡਾ ਭਰਾ ਸੀ, ਵੱਡੇ ਸੀਗੇ, ਬੜੀ ਸਾਂਝ ਹੁੰਦੀ ਹੈ ਔਰ ਜਿਹੜੇ ਵਿਅਕਤੀ ਦੇ ਨਾਲ ਤੁਸੀਂ ਖੇਡਦੇ ਰਹੇ ਹੋ ਮੁੜ ਕੇ ਉਹਨਾਂ ਦੀਆਂ ਆਸਥੀਆਂ ਚੱਕ ਕੇ ਹਨਾ ਪੈਰਵਾਈ ਤੱਕ ਜਾਣਾ ਪਵੇ। ਹਾਂਜੀ ਹਾਂਜੀ। ਅੱਜ ਜਿਹੜੇ ਮੁਕਾਮ ਦੇ ਉੱਤੇ ਖੜੇ ਹੋ ਤੁਸੀਂ, ਬਾਲ ਬੱਚੇਦਾਰ ਹੋ, ਤੇ ਕਿੱਥੇ ਜੇ ਸੋਚਦੇ ਹੋ ਕਿ ਇਨਸਾਫ ਕਿੰਨਾ ਕੁ ਹੋ ਗਿਆ? ਜੇ ਭਾਈ ਹੁੰਦਾ ਤਾਂ ਕੀ ਹੋਣਾ ਸੀ? ਦੇਖੋ ਜੀ, ਭਾਈ ਹੁੰਦਾ ਤੇ ਬਹੁਤ ਜ਼ਿਆਦਾ ਤਰੱਕੀ ਸੀ, ਸਾਨੂੰ ਕਾਫੀ ਢਾਲ ਲੱਗੀ ਇਹਦੇ ਵਿੱਚ ਵੀ ਉਦੋਂ ਬਾਹਰ ਅੰਦਰ ਦਾ ਉਹਦਾ ਕਰਦੇ ਫਿਰਦੇ ਸੀ, ਅਸੀਂ ਵਿਦੇਸ਼ ਘਲੋਣ ਨੂੰ ਫਿਰਦੇ ਸੀ ਤੇ ਹੋ ਸਕਦਾ ਉਹ ਵਿਦੇਸ਼ ਪੱਕਾ ਹੁੰਦਾ, ਅੱਜ ਅਸੀਂ ਵੀ ਵਿਦੇਸ਼ 'ਚ ਬੈਠੇ ਹੁੰਦੇ। ਸਹੀ। ਉਹਦੇ ਬਾਅਦ ਫਿਰ ਨੌਕਰੀ ਮੈਨੂੰ ਮਿਲਦੀ ਆ ਤੇ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਜਲੰਧਰ। 2 ਵਾਰੀ ਭਰਤੀ ਹੋਇਆ, ਇੱਕ ਵਾਰ ਪੀਏਪੀ ਚੌਂਕ ਵਿੱਚ ਹੋਇਆ, ਉੱਥੇ ਮੈਂ ਇੰਟੈਲੀਜੈਂਸ ਮਹਿਕਮੇ 'ਚ ਹੋਇਆ ਸੀ। ਉਦੋਂ ਵੀ ਇਹਨਾਂ ਮੈਨੂੰ ਇਹ ਕਹਿ ਕੇ ਕੱਢਿਆ ਗਿਆ ਵਾ ਵੀ ਨਹੀਂ ਜੀ ਇਹ ਤਾਂ ਅੱਤਵਾਦੀ ਪਰਿਵਾਰ ਨਾਲ ਸੰਬੰਧਿਤ ਆ। ਅੱਛਾ। ਫਿਰ ਮੈਂ ਐਸਪੀਓ ਹੋਇਆ ਜਲੰਧਰ ਲੈਣ, ਉੱਥੇ ਵੀ ਮੈਨੂੰ ਇਹਨਾਂ ਨੇ 8ਵੇਂ ਦਿਨ ਮੇਰਾ ਜਿਹੜਾ ਬੈਗ ਸੀ ਉਹ ਚੁਕਾਇਆ। ਜਦੋਂ ਇਨਕੁਆਇਰੀ ਗਈ, ਇਨਕੁਆਇਰੀ ਦੇ ਵਿੱਚ ਨਾ ਸਾਫ਼ ਲਿਖਿਆ ਸੀ ਇਹ ਜੀ ਅੱਤਵਾਦੀ ਦਾ ਭਰਾ, ਤੇ ਹੁਣ ਤੇ ਉਹ ਸਾਬਤ ਹੋ ਚੁੱਕਾ ਵੀ ਉਹ ਅੱਤਵਾਦੀ ਨਹੀਂ ਸੀ। ਸਹੀ ਹੈ। ਤੇ ਹੁਣ ਮੇਰੀ ਤਾਂ ਜ਼ਿੰਦਗੀ ਦਾ ਕੰਮ ਖਰਾਬ ਹੋ ਗਿਆ। ਉਹ ਤੇ ਤੁਸੀਂ ਇਹਦੇ ਤੇ ਵੀ ਕੇਸ ਕਰੋਗੇ ਹੁਣ? ਸਲਾਹ ਨਾਲ ਹੀ ਆ, ਜਿਵੇਂ ਵਕੀਲ ਕਹਿਣਗੇ। ਹੁਣ ਮੈਨੂੰ ਤੇ ਇਹਦੇ ਐਡੀ ਨੌਲੇਜ ਨਹੀਂ ਆ ਤੇ ਜਿੱਦਾਂ ਉਹ ਕਹਿਣਗੇ ਵੇਖਾਂਗੇ ਗਾੜੀ ਕੀ ਕਰਨਾ। ਕਿਉਂਕਿ ਫਿਰ ਇੱਕ ਤਾਂ ਹੈ ਕਿ ਤੁਹਾਡਾ ਵੀ ਤਾਂ ਫਿਊਚਰ ਖਰਾਬ ਹੋਇਆ ਨਾ। ਹਾਂ ਬਿਲਕੁਲ ਹੋ ਗਿਆ। ਮੇਰੀ ਨੌਕਰੀ ਮਿਲੀ ਇਹਨਾਂ ਨੇ ਮੈਨੂੰ ਇਨਕੁਆਇਰੀ ਦੇ ਵਿੱਚੋਂ ਕੱਢਿਆ। ਹੁਣ ਤੁਸੀਂ ਕੀ ਕਰ ਰਹੇ ਹੋ? ਮੈਂ ਇਸ ਵੇਲੇ ਆਹੀ ਪਾਠ ਕਰਦਾ ਆਪਣਾ, ਪਾਠ ਕਰ ਰੋਜੀ ਰੋਟੀ ਚਲਾ ਰਿਹਾ ਆਪਣੀ, ਵਧੀਆ ਠੀਕ ਆ, ਸ਼ੁਕਰ ਆ ਮਹਾਰਾਜ ਦਾ। ਜਿੰਨੇ ਵੀ ਹੈਗੇ ਆ ਮਾਲਕ ਦੀ ਕਿਰਪਾ, ਮਤਲਬ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਚਲਾਉਣ ਦੇ ਆ। ਭਾਈ ਸਾਹਿਬ, ਇੱਕ ਜਿਹੜੇ ਹਾਲਾਤ ਨੇ ਇਹ ਤੁਹਾਡੇ ਨਹੀਂ, ਆਪਾਂ ਜਿਵੇਂ ਫੇਰ ਗੱਲ ਕਰਦੇ ਹਾਂ, ਉਹ ਸਾਰੇ ਲੋਕਾਂ ਦੇ, ਬਹੁਤ ਸਾਰੇ ਲੋਕਾਂ ਦੇ। ਤੁਸੀਂ ਮਿਹਨਤ ਕੀਤੀ ਔਰ ਦਾਦ ਦੇਣੀ ਚਾਹੀਦੀ ਹੈ ਬਾਪੂ ਜੀ ਹੋਰਾਂ ਦੀ, ਕਿਉਂਕਿ ਅਸੀਂ ਇੱਕ ਦਿਨ ਵੀ ਸ਼ਹਿਰ ਜਾਂਦੇ ਹਾਂ ਨਾ, ਖਰਚਾ ਬੜਾ ਹੋ ਜਾਂਦਾ ਹੈ, ਆਮ ਬੰਦਾ ਪੱਟਿਆ ਤਾਬ ਨਹੀਂ ਆਉਂਦਾ। ਹਾਂਜੀ। ਇਹ ਤਾਂ ਤਰੀਕਾਂ ਪਤਾ ਨਹੀਂ, ਤਰੀਕ ਦਰ ਤਰੀਕ ਅਦਾਲਤਾਂ ਦੇ ਵਿੱਚ ਲਗਾਤਾਰ ਬਹਿ ਕੇ ਮੁੜਨਾ, ਕਿੰਨੇ ਲੋਕਾਂ ਨੂੰ ਪਿੰਡੋਂ ਨਾਲ ਲੈ ਕੇ ਜਾਣਾ, ਲੰਮੀ ਲੜਾਈ ਸੀ। ਇਹ ਲੜੀ, ਹੋਰ ਬਥੇਰੇ ਲੋਕ ਨੇ ਹਜੇ ਜਿਹੜੀ ਲੜਨਾ ਚਾਹੁੰਦੇ ਨੇ ਲੜਾਈ, ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਇਹੋ ਕਹਿਣਾ ਚਾਹੁੰਦਾ ਵੀ ਕੋਈ ਪਿੱਛੇ ਨਾ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ। ਚੱਲਦੇ ਰਹੋ, ਚੱਲਣਾ ਚਾਹੀਦਾ। ਕੋਈ ਏਡੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਤੁਹਾਡੇ ਨਾਲ ਨੇ ਜਿਹੜੇ ਹੁਣ ਜਿੰਨੇ ਮੇਰੇ ਨਾਲ ਜਿੰਨੇ ਵੀ ਕੇਸ ਨੇ, ਤਕਰੀਬਨ 100 ਕੁਛ ਕੇਸ ਨੇ ਜੀ, ਤੇ ਸਾਰੇ ਉਹ ਜਿਹੜੇ ਲਾਪਤਾ ਪੰਜਾਬ ਵਾਲੇ ਉਹ ਪੂਰੀ ਸਹਾਇਤਾ ਕਰਦੇ ਆ ਤੇ ਉਹਨਾਂ ਨੂੰ ਜੋ ਕਹਿੰਦੇ, ਕਿਉਂਕਿ ਕਈ ਉਹਨਾਂ ਨੂੰ ਵੀ ਜਵਾਬ ਦੇ ਦਿੰਦੇ ਆ ਨਹੀਂ ਜੀ ਅਸੀਂ ਨਹੀਂ ਜਾਣਾ ਜੀ, ਫਿਰ ਉਹ ਵੀ ਕੀ ਕਰਨਗੇ? ਸਹੀ। ਉਹ ਇਨਸਾਫ ਕਿੱਦਾਂ ਦਿਵਾਉਣਗੇ ਤੁਹਾਨੂੰ ਨਾ? ਤੇ ਮੈਂ ਉਹਨਾਂ ਨੂੰ ਆਪਦੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਵੀ ਤੁਸੀਂ ਬਈ ਉਹਨਾਂ ਨੂੰ ਸਾਥ ਦਿਓ, ਜਿੱਥੇ ਗਵਾਹੀਆਂ ਬਣਦੀਆਂ ਉੱਥੇ ਗਵਾਹੀਆਂ ਦਿਓ। ਤੇ ਕੋਈ ਵੀ ਉਹਨਾਂ ਦੀ ਜੇ ਸਲਾਹ ਕੋਈ ਤੁਹਾਨੂੰ ਕੋਈ ਡਰਾਉਂਦਾ ਉਹ ਇਹ ਵੀ ਕਹਿੰਦੇ ਆ, ਮਾਨਯੋਗ ਜੱਜ ਸਾਹਿਬ ਵੀ ਕਹਿੰਦੇ ਤੁਹਾਨੂੰ ਕੋਈ ਡਰਾਉਂਦਾ ਤਾਂ ਸਾਨੂੰ ਦੱਸੋ। ਸਹੀ। ਹਾਂਜੀ। ਤੇ ਕਈਆਂ ਨੂੰ ਹਟਾਇਆ ਵੀ ਆ ਡਰਾਉਣੋਂ, ਕਈਆਂ ਅਫਸਰਾਂ ਨੂੰ ਫਿਰ ਰੋਕਿਆ ਵੀ ਗਿਆ। ਹਾਂਜੀ। ਬਾਪੂ ਚੰਨਣ ਸਿੰਘ ਸਾਡੇ ਨਾਲ ਸ਼ਾਮਲ ਹੈ। ਬੀਤੇ ਦਿਨਾਂ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਇਹਨਾਂ ਨੂੰ ਹੋਈ ਹੈ। ਇਹਨੂੰ ਪ੍ਰਾਪਤੀ ਵੀ ਕਿਹਾ ਜਾਂਦਾ, ਇਹਨੂੰ ਮਾਣ ਵੀ ਕਿਹਾ ਜਾ ਸਕਦਾ ਹੈ। ਤੇ ਇਹ ਉਸ ਦੁੱਖ ਦੇ ਉੱਤੇ ਥੋੜ੍ਹੀ ਜਿਹੀ ਮੱਲ੍ਹ ਮਿਲਾਉਣ ਦਾ ਯਤਨ ਵੀ ਹੈ। ਜਦੋਂ ਜਵਾਨ ਪੁੱਤ ਮਰ ਜਾਂਦਾ ਹੈ, ਅਚਨਚੇਤ ਮਰ ਜਾਏ, ਤਾਂ ਮਾਪਿਆਂ ਦੇ ਵਾਸਤੇ ਬਹੁਤ ਵੱਡਾ ਦੁੱਖ ਦਾ ਪਲ ਹੁੰਦਾ। ਪਰ ਜਦੋਂ ਉਹਨੂੰ ਜਾਣਬੁੱਝ ਕੇ ਖਤਮ ਕੀਤਾ ਜਾਵੇ ਸਿਰਫ ਇਸ ਕਰਕੇ ਕਿ ਉਹ ਦਸਤਾਰ ਸਜਾਉਂਦਾ ਹੈ ਜਾਂ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ ਜਾਂ ਸਾਡੇ ਮੋਢਿਆਂ 'ਤੇ ਸਤਾਰ ਲੱਗਣੇ, ਫਿਰ ਇਹੋ ਜਿਹਾ ਦੁੱਖ ਭੁਲਾਇਆ ਨਹੀਂ ਭੁੱਲਦਾ। ਪਰ ਉਹ ਵੀ ਹਿੰਮਤੀ ਲੋਕ ਹੁੰਦੇ ਆ ਜਿਹੜੇ ਇਸ ਦੁੱਖ ਦੇਣ ਵਾਲੇ ਲੋਕਾਂ ਨੂੰ
ਸ਼ਰੇਆਮ ਬੇਨਕਾਬ ਕਰਦੇ ਆ, ਸਜ਼ਾਵਾਂ ਦਿਵਾਉਂਦੇ ਨੇ। ਤੇ ਬਾਪੂ ਚੰਨਣ ਸਿੰਘ ਤੇ ਇਹਨਾਂ ਦੇ ਪਰਿਵਾਰ ਨੇ ਜਿਹੜੇ ਯਤਨ ਕੀਤੇ ਉਹਦੀ ਗੱਲ ਕਰਦੇ ਆ। ਬਾਪੂ ਜੀ ਸਤਿ ਸ਼੍ਰੀ ਅਕਾਲ। ਬਾਪੂ ਜੀ ਤੁਹਾਡਾ ਬੇਟਾ ਜਦੋਂ ਪੁਲਿਸ ਨੇ ਚੱਕ ਲਿਆ ਸੀ, ਪੁਲਿਸ ਘਰੇ ਆਈ ਸੀ ਤੁਹਾਨੂੰ ਲੈਣ ਦੇ ਆਹੋ ਵਾਸਤੇ, ਜੀ। ਕੀ ਕਹਿੰਦੇ ਸੀਗੇ? ਇਹਦੇ ਫੜਾ ਉਹਨੂੰ ਗਿਆ ਹੋਰ ਕਾਹਦੇ ਵਾਸਤੇ? ਕੀ ਦਾ ਮੈਨੂੰ ਕੀ ਪਤਾ ਕੀ ਗੱਲ ਹੋਈ। ਤੁਹਾਨੂੰ ਫਿਰ ਇੱਥੋਂ ਲੈ ਕੇ ਗਏ ਉਹ? ਆਹੋ ਇੱਥੇ ਰੱਖਿਆ ਨਹੀਂ, ਵਿਆਹ ਪਹਿਲਾਂ ਤੁਹਾਨੂੰ ਇੱਥੋਂ ਲੈ ਕੇ ਉਹ ਜਲੰਧਰ ਗਏ? ਵਿਆਹ ਕੇ ਹੂੰ ਤੇ ਬੈਠਾ ਪਿਆ ਅਗਲੇ ਦਿਨ ਮੈਨੂੰ ਲੈ ਕੇ ਗਏ ਪਰੋ ਪੇ ਇਹ ਕਿੱਥੇ ਆ? ਮੈਂ ਕਿਹਾ ਮੇਰੇ ਭਰਾ ਕੋਲ ਰਹਿੰਦਾ ਹੂੰ। ਉਹ ਕਿਹੜਾ ਲੁਕਿਆ ਜਾ ਕੇ ਤੇ ਤੁਹਾਡੀ ਕੁੱਟਮਾਰ ਤਾਂ ਨਹੀਂ ਕੀਤੀ? ਕੀ ਰਾਤੀ ਕੀਤੀ ਸੀ। ਅੱਛਾ, ਪੁੱਛਦੇ ਕੀ ਸੀ? ਇਕੱਲਾ ਮੁੰਡੇ ਦਾ ਪਤਾ ਹੀ? ਹਾਂ ਗੁਰਵਿੰਦਰ ਦਾ ਪਤਾ ਹੀ ਪੁੱਛਦੇ ਸੀ ਇਕੱਲਾ? ਆਹ ਤੇ ਫਿਰ ਉੱਥੋਂ ਤੁਸੀਂ ਜਲੰਧਰ ਚਲੇ ਗਏ, ਜਲੰਧਰੋਂ ਉਹਨੂੰ ਲਿਆਏ ਨਾਲ? ਉਹਨੂੰ ਆਪਾਂ ਉਹਦੇ ਸੋਹਣ ਦੇ ਘਰੋਂ ਲੈ ਆਏ ਮੈਂ ਜਾ ਕੇ। ਤੁਹਾਡੇ ਭਰਾ ਦਿਓ? ਆਹੋ ਭਰਾ ਮੇਰੇ ਭਰਾ ਦੇ ਘਰ ਚ ਇੰਸਪੈਕਟਰ ਹੀ BSF ਵਿੱਚ ਓਕੇ। ਤੇ BSF ਵੀ ਆਖਰ ਖੜੋਤੀ ਸੀ ਹੂੰ ਸਾਰੇ ਸਿਪਾ ਚਾਰ ਸਵੇਰੇ BSF ਵੀ ਖੜੋਤੀ ਤੇ ਦੂਜੀ ਵੀ ਹੂੰ ਇਹ ਲੈ ਕੇ ਬੋਥੋਂ ਵੀ ਮੈਂ ਆਇਆ ਤੇ ਇਦਾਂ ਤੇ ਮੈਂ ਕਿਹਾ ਉਹ ਦੇ ਆਜਾ ਵੀ ਚਲੀ ਮੈਂ ਉਹਨੂੰ ਨਾਲ ਲੈ ਕੇ ਦੇ ਇੱਥੇ ਆ ਗਿਆ ਤੇ ਇਸੇ ਨਾਲ ਵਿਆਹ ਸਾਉਂਦਿਆ ਹੀ ਮੈਨੂੰ ਕਹਿੰਦਾ ਆਪਣੇ ਘਰ ਜਾ। ਅੱਛਾ। ਤੇ ਉਹਨੂੰ ਲੈ ਗਿਆ ਤੇ ਅਗਲੇ ਦਿਨ ਕਹਿੰਦੇ ਆਹ ਲੈ ਪੜੋ ਹੋ ਗਿਆ ਜੀ ਕੰਮ। ਅਸਤੀਆਂ। ਤੁਸੀਂ ਜਦੋਂ ਥਾਣੇ ਗਏ ਹੋ ਉਦੋਂ ਕਿੰਨੇ ਕੁ ਬੰਦੇ ਸੀ ਪਿੰਡ ਦੇ ਮੋਤਬਰ ਨਾਲ, ਕਿੱਥੇ ਜੋ ਪਤਾ ਛਡਾਉਣ ਵਾਸਤੇ ਗਏ ਗੁਰਵਿੰਦਰ ਨੂੰ ਅਗਲੇ ਦਿਨ? ਆ ਪੰਚਾਇਤ ਦੇ ਹੀ ਅੱਛਾ। ਆਹੋ ਤੇ ਕੀ ਕਹਿੰਦਾ ਥਾਣੇਦਾਰ ਅੱਗਿਓਂ? ਆਂਦਾ ਜਾ ਕੇ ਫੁੱਲ ਚੁੱਕ ਲਓ ਨਾ ਫੁੱਲ ਲੈ ਉਹ ਹੂੰ। ਹੋਰ ਕੀ। ਫਿਰ ਤੁਸੀਂ ਪੈਰਵਾਈ ਕੀਤੀ ਆ ਕੇਸ ਦੀ, ਬਹੁਤ ਲੰਮਾ ਟਾਈਮ ਲੱਗ ਗਿਆ। ਆਹੋ ਇਦਾਂ ਹੀ ਆ। ਹੁਣ ਕੀ ਲੱਗਦਾ ਤੁਹਾਨੂੰ ਕਿ ਇਨਸਾਫ ਮਿਲ ਗਿਆ? ਹੁਣ ਮੈਂ ਕੀ ਕਹਿ ਸਕਦਾ ਇਨਸਾਫ ਕਦੋਂ ਮਿਲਣਾ। ਹੁਣ ਬੱਚਿਆਂ ਦੇ ਮਿਲਣ ਵਾਲੇ ਇੱਕ ਗੱਲ ਕਰਦੇ ਆ ਸਹੀ। ਤੋ ਇਨਸਾਫ ਕਦਾ। ਪਰ ਲੜਾਈ ਤੁਹਾਡੀ ਵੱਡੀ ਸੀ, ਲੰਮੀ ਲੜਾਈ ਸੀਗੀ। ਖਰਚਾ ਕਿੰਨਾ ਕੁ ਹੁੰਦਾ ਰਿਹਾ? ਕੋਲੋਂ ਹੀ ਕਰਦੇ ਰਹੇ ਸਾਰਾ? ਤੇ ਹੋਰ ਅਸੀਂ ਕਿਤੇ ਨਾ ਮੈਂ ਕਿਹਾ ਕੋਈ ਸੰਸਥਾ ਖੜ ਗਈ ਹੋਵੇ ਸਾਡੇ ਸਿੱਖਾਂ ਦੇ ਨਾਂ ਤੇ ਪੈਸੇ ਇਕੱਠੇ ਕਰਨ ਵਾਲੇ ਤਾਂ ਬਹੁਤ ਨੇ। ਨਾ ਨਾ ਅਸੀਂ ਨਹੀਂ ਕਿ ਪਿੰਡ ਫੇਰੂਮਾਨ ਦੇ ਸਰਪੰਚ ਸਰਦਾਰ ਮਲੂਕ ਸਿੰਘ ਵੀ ਸਾਡੇ ਨਾਲ ਸ਼ਾਮਲ ਹੈ, ਕਿਉਂਕਿ ਜਦੋਂ ਅਸੀਂ ਇਸ ਪਿੰਡ ਦੇ ਵਿੱਚ ਆਏ ਹਾਂ ਤਾਂ ਜ਼ਰੀਆ ਸਰਪੰਚ ਸਾਹਿਬ ਵੀ ਬਣੇ ਆ। ਔਰ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਜਦੋਂ ਗੁਰਵਿੰਦਰ ਹੋਰਾਂ ਦੇ ਮਾਮਲੇ ਦੇ ਵਿੱਚ ਹੁਣ ਅਦਾਲਤ ਦਾ ਫੈਸਲਾ ਆਉਂਦਾ ਹੈ, CBI ਅਦਾਲਤ ਨੇ ਇੱਕ ਥਾਣੇਦਾਰ ਨੂੰ ਜਿਹੜਾ ਸੇਵਾ ਮੁਕਤ ਹੋ ਚੁੱਕਿਆ ਹੈ ਉਹਨੂੰ ਸਜ਼ਾ ਸੁਣਾਈ ਹੈ, 10 ਸਾਲ ਦੀ ਸਜ਼ਾ ਸੁਣਾਈ ਹੈ। ਤਾਂ ਉਸ ਤੋਂ ਬਾਅਦ ਦੇ ਵਿੱਚ ਤੇ ਪਹਿਲਾਂ ਗੁਰਵਿੰਦਰ ਤੇ ਉਹਨਾਂ ਦੇ ਪਰਿਵਾਰ ਦੇ ਕੀ ਹਾਲਾਤ ਹੈ? ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਰਪੰਚ ਸਾਹਿਬ, ਗੁਰਵਿੰਦਰ ਕਿਹੋ ਜਿਹਾ ਸੀ ਤੁਸੀਂ ਜਾਣਦੇ ਹੀ ਹੋਵੋਗੇ, ਤੁਹਾਡੇ ਪਿੰਡ ਦਾ ਨੌਜਵਾਨ ਸੀ, 1992 ਦੇ ਵਿੱਚ ਪੁਲਿਸ ਨੇ ਚੱਕ ਲਿਆ ਸੀ। ਠੀਕ ਸੀਗਾ, ਹੋਣਹਾਰ ਸੀਗਾ, ਪੜ੍ਹਿਆ ਲਿਖਿਆ ਸੀਗਾ। ਤੁਹਾਡਾ ਹਾਣੀ ਸੀ? ਨਹੀਂ, ਛੋਟਾ ਸੀਗਾ। ਓਕੇ। ਤੇ ਕਿਹੋ ਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਰਿਹਾ ਹੋਊਗਾ ਪਿੰਡ ਦੇ ਵਿੱਚ? ਨਹੀਂ, ਪਤਾ ਹੀ ਨਹੀਂ ਹੈਗਾ। ਜਦੋਂ ਇਹਦਾ ਮੁਕਾਬਲਾ ਬਣਿਆ ਵਾ ਸਾਰੇ ਪਿੰਡ ਨੂੰ ਹੋਇਆ ਵੀ ਇਹ ਕੀ ਬਣਿਆ। ਹਾਂਜੀ, ਕੋਈ ਗੱਲ ਹੀ ਨਹੀਂ। ਉਹ ਤੇ ਪੜ੍ਹਦਾ ਸੀਗਾ, ਜਲੰਧਰ ਆਏ ਦੇ ਕੋਲ ਸੀਗਾ। ਇਸ ਚੀਜ਼ ਦਾ ਤੇ ਹੈਰਾਨੀ ਹੋ ਗਈ ਸਾਰੇ ਨਗਰ ਨੂੰ ਵੀ ਇਹ ਕੀ ਬਣਿਆ। ਤੇ ਉਸ ਤੋਂ ਬਾਅਦ ਦੇ ਵਿੱਚ ਜੋ ਵੀ ਹੋਇਆ, ਕਿਉਂਕਿ ਇੱਕ ਗੱਲ ਹੈਗੀ ਕਿ ਪੰਚਾਇਤ ਦੇ ਸਾਥ ਦੇ ਬਿਨਾਂ ਇਹ ਗੱਲ ਸੰਭਵ ਨਹੀਂ ਸੀ। ਜੀ। ਦੇਖੋ ਧੜੇਬੰਦੀਆਂ ਹੋ ਜਾਂਦੀਆਂ ਪਿੰਡਾਂ 'ਚ, 100 ਤਰ੍ਹਾਂ ਦੇ ਹੁੰਦੇ ਆ। ਜਿਹੜੇ ਉਦੋਂ ਸਰਪੰਚ ਸੀ ਜਾਂ ਹੋਰ ਮੋਹਤਵਰ ਬੰਦੇ ਨਾਲ ਗਏ ਸੀ, ਉਹਨਾਂ ਨੇ ਗਵਾਹੀਆਂ ਤੱਕ ਦਿੱਤੀਆਂ। ਕੇਸ ਆ ਜਿਹੜਾ ਉਹ ਸਿਖਰ ਤੇ ਲਿਜਾਣ ਦੇ ਵਿੱਚ ਪਿੰਡ ਦੇ ਲੋਕਾਂ ਦਾ ਵੱਡਾ ਸਹਿਯੋਗ ਹੈ। ਉਸ ਗੱਲ ਨੂੰ ਕਿਵੇਂ ਦੇਖਦੇ ਹੋ? ਨਹੀਂ, ਇਹ ਤੇ ਫਰਜ਼ ਸੀ ਸਾਡਾ। ਉਸ ਟਾਈਮ ਦੇ ਅੱਤਵਾਦ ਦੇ ਟਾਈਮ ਤੇ ਸਾਡੇ ਸਰਪੰਚ ਸਾਹਿਬ ਜਸਬੀਰ ਸਿੰਘ ਸੀਗੇ ਜੀ। ਸਾਡੇ ਇੱਥੇ ਇੱਕ ਮੁੰਡਾ ਬਾਅਦ ਚ ਡੈਥ ਹੋਈ ਉਹਦੀ, ਉਹਨੂੰ ਵੀ ਪੁਲਿਸ ਫੜ ਕੇ ਲੈ ਗਈ, ਉਹਨੂੰ ਵੀ ਅਸੀਂ ਛਡਾਇਆ। ਅਸੀਂ ਪੂਰਾ ਸਹਿਯੋਗ ਨਗਰ ਦਾ ਦਿੱਤਾ, ਕਿਉਂਕਿ ਸਾਡੇ ਨਗਰ ਦੇ ਵਿੱਚ ਇਹੋ ਜਿਹਾ ਬੰਦਾ ਕੋਈ ਵੀ ਨਹੀਂ ਸੀਗਾ। ਹਾਂਜੀ, ਬੜਾ ਸਾਥ ਦਿੱਤਾ ਉਹਨਾਂ ਨੇ ਵੀ, ਸਾਰਿਆਂ ਨੇ। ਤੇ ਇਹ ਜਦੋਂ ਪੁਲਿਸ ਲੈ ਜਾਂਦੀ ਆ ਉਹਨਾਂ ਨੂੰ, ਤੇ ਉਹ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ। ਇੱਕ ਰਾਤ ਦੀ ਖੇਡ ਹੀ ਅਗਲੇ ਦਿਨ ਪੂਰਾ। ਤੇ ਹੁਣ ਜਦੋਂ ਫੈਸਲਾ ਆਇਆਗਾ, ਇੱਕ ਥਾਣੇਦਾਰ ਨੂੰ ਸਜ਼ਾ ਹੋਈ ਹੈ, ਲੋਕਾਂ ਦਾ ਹੁਣ ਵਿਊ ਤਾਂ ਇਹ ਵੀ ਹੈ ਕਿ ਇਹਨਾਂ ਨੂੰ ਵੀ ਸਖਤ ਸਜ਼ਾ ਹੋਣੀ ਚਾਹੀਦੀ। ਜਿਹੜੇ ਹੋਰ ਹੈ ਬਚ ਗਏ ਨੇ, ਕਿਉਂਕਿ ਹਾਂਜੀ ਉਹਨਾਂ ਤੇ ਵੀ ਕੋਈ ਐਕਸ਼ਨ ਹੋਣਾ ਚਾਹੀਦਾ। ਤੁਹਾਡੇ ਕੀ ਵਿਚਾਰ ਨੇ ਇਹਦੇ ਨਾਲ ਪਿੰਡ ਦੇ ਲੋਕਾਂ ਨੂੰ, ਜਿਹੜੇ ਲੋਕ ਉਦੋਂ ਤੱਕ
ਨਾਲ ਰਹੇ ਜਾਂ ਉਦੋਂ ਤੋਂ ਲੈ ਕੇ ਹੁਣ ਤੱਕ ਨਾਲ ਰਹੇ ਹੁਣ ਉਹਨਾਂ ਜਿਸ ਦੇ? ਤਰ੍ਹਾਂ ਪਰਮਿੰਦਰ ਨੇ ਦੱਸਿਆ ਵੀ 100 ਤੇ 20 ਕੇਸ ਨੇ ਜੀ। ਬੱਚੇ ਤੇ ਸਾਰੇ ਇਸੇ ਤਰ੍ਹਾਂ ਹੀ ਮਾਰੇ ਇਹਨਾਂ ਨੇ। ਹਾਂ, ਕੋਈ ਇੱਕ ਅੱਧਾ ਵਿੱਚੋਂ ਭਾਵੇਂ ਜਾਇਜ਼ ਹੋਵੇ, ਬਾਕੀ ਸਾਰੇ ਨਜਾਇਜ਼ ਹੀ ਨੇ। ਠੀਕ ਹੈ, ਤੇ ਉਹਨਾਂ ਨੂੰ ਵੀ ਇਨਸਾਫ ਅਸੀਂ ਤੇ ਸਮਝਦੇ ਆ। ਮੇਰੇ ਬੇਟੇ ਨੇ ਪੜ੍ਹਿਆ ਵਾ, ਫੋਟੋ ਦੇਖੀ ਨੈੱਟ ਦੇ ਉੱਤੇ ਪੜ੍ਹਿਆ, ਤੇ ਸਾਨੂੰ ਪਤਾ ਲੱਗਾ ਵੀ ਹਾਂ ਉਹ ਗੁਰਵਿੰਦਰ ਨੂੰ ਅਸੀਂ ਉਦੋਂ ਉਹ ਇਹਨੂੰ ਜਿਹੜੀ ਸਜ਼ਾ ਹੋਈ ਹੈ ਨਾ, ਮੈਂ ਚਾਹੁੰਦਾ ਸੀ ਵੀ ਥਾਣੇਦਾਰ ਜਿਹੜਾ ਸੀ ਉਦੋਂ ਵਸਣ ਸਿੰਘ ਸੀ, ਪਰ ਵਸਣ ਸਿੰਘ ਦੀ ਡੈਥ ਹੋ ਗਈ। ਇਹ ਜਿੱਦਾਂ ਇਹ ਮੌਕੇ ਤੇ ਸੀਗਾ, ਇਹਨਾਂ ਨੇ ਤਬਦੀਸ਼ੀ ਇਹ ਫੜ ਹੋਣਾ ਕੇ ਨਾ। ਖੜਿਆ। ਹਾਂਜੀ। ਤੇ ਬਹੁਤ ਮਿਹਰਬਾਨੀ ਸਰਪੰਚ ਸਾਹਿਬ, ਤੁਸੀਂ ਜੁੜੇ ਹੋ ਸਾਡੇ ਨਾਲ। ਗੁਰਵਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਅਸੀਂ ਬੈਠੇ ਹਾਂ। ਸਰਪੰਚ ਸਾਹਿਬ ਹੋਰਾਂ ਨੂੰ ਵੀ ਨਾਲ ਲੈਣਾ ਜ਼ਰੂਰੀ ਸੀ, ਕਿਉਂਕਿ ਇਸ ਪਿੰਡ ਦੇ ਵਿੱਚ ਖਾਸ ਕਰਕੇ, ਵੈਸੇ ਤਾਂ ਬਹੁਤ ਵਾਰੀ ਹੁੰਦਾ ਕਿ ਸਰਪੰਚਾਂ ਦੀ ਜਾਂ ਪੰਚਾਇਤ ਦੀ ਆਲੋਚਨਾ ਹੁੰਦੀ ਹੈ। ਇੱਥੇ ਸਿਫਤ ਵਾਲਾ ਕੰਮ ਵੀ ਪੰਚਾਇਤ ਨੇ ਕੀਤਾ ਸੀ। ਪਹਿਲਾਂ ਪਰਿਵਾਰ ਦਾ ਸਹਿਯੋਗ ਦਿੱਤਾ, ਔਰ ਸਹਿਯੋਗ ਹੁਣ ਤੱਕ ਰਿਹਾ, ਕਿਉਂਕਿ ਜੇ ਗਵਾਹੀਆਂ ਦੀ ਲੋੜ ਪਈ ਜਾਂ ਹੋਰ ਸੀ, ਉਹ ਮੋਹਤਵਰ ਬੰਦਿਆਂ ਨੇ ਹੀ ਸਾਥ ਦਿੱਤਾ, ਤਾਂ ਅੱਜ ਥੋੜ੍ਹੀ ਜਿਹੀ ਰਾਹਤ ਮਿਲੀ ਹੈ। ਜ਼ਖਮ ਦੇ ਉੱਤੇ ਮਲਮ ਲੱਗੀ ਹੈ, ਜ਼ਖਮ ਨਹੀਂ ਭਰਿਆ। ਤੇ ਅਸੀਂ ਇਹ ਯਤਨ ਕੀਤਾ ਕਿ ਇਸ ਪਰਿਵਾਰ ਤੱਕ ਪਹੁੰਚ ਕਰਕੇ ਤੁਹਾਡੇ ਤੱਕ ਇਹ ਗੱਲ ਸਾਹਮਣੇ ਲਿਆਉਣ ਦਾ, ਕਿਉਂਕਿ ਇਹ ਇੱਕ ਹੋਰ ਮੋਟੀਵੇਸ਼ਨਲ ਗੱਲ ਹੈ। ਕਾਰਨ ਕਿ ਇਹੋ ਜਿਹੇ ਕੇਸ ਤੇ ਘਟਨਾਵਾਂ ਪੰਜਾਬ ਦੇ ਵਿੱਚ ਹਰੇਕ ਪਿੰਡ 'ਚ ਹੋਈਆਂ, ਤੇ ਬਹੁਤ ਸਾਰੇ ਪੁਲਿਸ ਵਾਲਿਆਂ ਨੇ ਨਜਾਇਜ਼ ਲੋਕ ਵੀ ਮਾਰੇ ਨੇ, ਮੁੰਡੇ ਚੱਕ ਕੇ ਮਾਰੇ ਨੇ, ਸਿਰਫ ਕੁਝ ਪੈਸਿਆਂ ਵਾਸਤੇ ਜਾਂ ਆਪਦੇ ਰੁਤਬੇ ਵਧਾਉਣ ਦੇ ਵਾਸਤੇ। ਜਿਨ੍ਹਾਂ ਦੇ ਕੋਲੇ ਕੋਈ ਸਬੂਤ ਹੈ, ਜਿਨ੍ਹਾਂ ਦੇ ਕੋਲੇ ਕੋਈ ਜਾਣਕਾਰੀ ਹੈ, ਉਹ ਇਹੋ ਜਿਹੇ ਪਰਿਵਾਰਾਂ ਦਾ ਸਾਥ ਲੈ ਕੇ, ਇਹਨਾਂ ਤੋਂ ਪ੍ਰੇਰਨਾ ਲੈ ਕੇ ਇਸ ਮੁਕਾਮ ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਜੁੜ ਸਕਦੇ ਆ, ਅੱਗੇ ਤੁਰ ਸਕਦੇ ਆ।